इस वेले वड्डी खबर आ रही है श्री अकाल तख्त साहिब तो जिथे 5 सिख साहिबान होंगे एकत्र। यह जांच रिपोर्ट 267 लापता ਸਰੂਪਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 12 ਜੁਲਾਈ ਨੂੰ ਜਥੇਦਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਲਾਪਤਾ ਸਰੂਪਾਂ ਦੀ ਜਾਂਚ 1 ਮਹੀਨੇ ਦੇ ਵਿੱਚ ਮੁਕੰਮਲ ਕਰਕੇ ਸੌਂਪਣ ਦੀ ਗੱਲ ਕੀਤੀ ਗਈ ਸੀ। ਕੱਲ ਸ਼ਾਮੀ ਈਸ਼ਰ ਸਿੰਘ ਜੀ ਜੋ ਕਿ ਇਸ ਕਮੇਟੀ ਦੇ ਇੰਚਾਰਜ ਹਨ ਅਤੇ ਜਥੇਦਾਰ ਦੇ ਪੀ ਹਨ, ਉਹਨਾਂ ਵੱਲੋਂ ਇਹ ਜਾਂਚ ਰਿਪੋर्ट पेश कर दी गई है। फिलहाल इस जांच रिपोर्ट पर एक मीटिंग की जा रही है तो यह जनतक करने की गल की जा रही है। इस विच देखना है कि हुण की किहड़े सच्चाई किहड़े तत्थ सामने आते हैं। इसकी होर दी जानकारी लिए आप रुक करांगे। उत्थे मौजूद साडे सहयोगी संदीप सिंह नाल जो कि अमृतसर श्री अकाल तख्त साहिब से इस वेले मौजूद हैं, तो उन्होंने जानांगे इस वेले की गलबात की जा रही है तो मीटिंग के की हालात हैं। ओके हाँ जी संदीप जी, तो इस वेले श्री अकाल तख्त साहिब से चल रही मीटिंग के की हालात हैं, की उत्थे मीटिंग चल रही है, सानू मौजूदा की हालात तुसीं दस सकते हो? कैलाश जी सवेर ਦੇ 10 ਵਜੇ ਤੋਂ ਪੰਜੇ ਜਥੇਦਾਰ ਸਾਹਿਬਾਂ ਦੀ ਮੀਟਿੰਗ ਦਾ ਜਿਹੜਾ ਰੱਖਿਆ ਗਿਆ ਸੀ ਟਾਈਮ, ਉਹਦੇ ਵਿੱਚ ਜਥੇਦਾਰ ਹਜੂਰ ਸਾਹਿਬ ਜਿਹੜੇ ਸੀਗੇ ਨੰਦੇੜ ਸਾਹਿਬ ਤੋਂ ਉਹ ਨਹੀਂ ਪਹੁੰਚੇ। ਉਹਨਾਂ ਤੋਂ ਇਲਾਵਾ 3 ਜਥੇਦਾਰ ਠੀਕ ਹੈ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਤੇ ਹੋਰ ਇੱਕ ਸਹਿਯੋਗੀ ਗ੍ਰੰਥੀ ਅਕਾਲ ਤਖਤ ਬਹਿ ਕੇ ਪੰਜਾਂ ਦੀ ਮੀਟਿੰਗ ਚੱਲ ਰਹੀ ਹੈ। ਇਹਦੇ 267 ਸਰੂਪ ਜਿਹੜੇ ਗਾਇਬ ਹੋਏ ਸੀ ਉਹਦੀ ਮੇਨ ਕਾਰਨ ਸੀਗਾ ਇਹ ਮੀਟਿੰਗ ਰੱਖਣ ਦਾ ਇੱਕ ਬੜਾ ਵੱਡਾ ਮਸਲਾ ਬਣਿਆ ਹੋਇਆ ਹੈ। ਐਸਜੀਪੀਸੀ ਵੱਲੋਂ ਲਗਾਤਾਰ ਇਸ ਦੀ ਇੱਕ ਕਮੇਟੀ ਗਠਨ ਕੀਤੀ ਗਈ ਸੀ। ਇਹ 12 ਮੈਂ ਦੱਸ ਦੇਣਾ ਚਾਹੁੰਦਾ ਵੀ 12 ਜੁਲਾਈ ਨੂੰ ਜਥੇਦਾਰ ਸਾਹਿਬ ਵੱਲੋਂ ਇੱਕ ਮੀਟਿੰਗ ਕਮੇਟੀ ਬਣਾਈ ਗਈ ਸੀ। ਉਹ ਕਮੇਟੀ ਜਿਹੜੀ ਹੈ ਉਹ 1 ਮਹੀਨੇ 'ਚ ਜਾਂਚ ਕਰਕੇ 267 ਸਰੂਪਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦੇਣੀ ਸੀਗੀ। ਉਹਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈਗੀ ਇੱਕ ਜੱਜ ਨਿਯੁਕਤ ਕੀਤਾ ਗਿਆ ਸੀਗਾ। ਇੱਕ ਲੇਡੀ ਜੱਜ। ਇਹ ਜਾਂਚ ਜਨਤਕ ਕੀਤੀ ਜਾਏਗੀ ਅੱਜ? ਹਾਂ ਜਾਂਚ ਜਨਤਕ ਹੋਣ ਦਾ ਪੂਰਾ ਅੱਜ ਮਾਹੌਲ ਬਣ ਗਿਆ ਹੋਇਆ ਹੈ। ਇਸ ਤਰ੍ਹਾਂ ਵੀ ਕੱਲ ਜਿਹੜੀ ਇਹ ਕਮੇਟੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਮੇਟੀ ਦੇ ਜਿਹੜੇ ਜੱਜ ਸੀਗਾ, ਲੇਡੀ ਜੱਜ ਸੀਗੀ, ਉਹਨਾਂ ਨੇ ਇਸ ਕਮੇਟੀ ਦੇ 15 ਦਿਨ ਬਾਅਦ ਹੀ ਰਿਜ਼ਾਈਨ ਕਰਤਾ ਸੀ ਕਿ ਮੈਂ ਇਹਦੀ ਜਾਂਚ ਨਹੀਂ ਕਰਨੀ। ਉਹਦੇ ਕਾਰਨਾਂ ਤੇ ਬੜੇ ਸਵਾਲ ਉੱਠੇ ਸੀਗੇ। ਉਹ ਕਾਰਨ ਕੀ ਸੀ ਚਲੋ ਉਹਦੀ ਪਟੋਲਤਾ ਅਸੀਂ ਫਿਰ ਕਰਾਂਗੇ। ਪਰ ਇਸ ਟਾਈਮ ਈਸ਼ਰ ਸਿੰਘ ਜੀ ਤਲਕਾਨਾ ਤੋਂ ਜਿਨ੍ਹਾਂ ਨੇ ਇਹ ਕਮੇਟੀ ਦੀ ਅਧਿਕਸ਼ਤਾ ਕੀਤੀ, ਜਿਹੜੇ ਉਸ ਜੱਜ ਦੇ ਪਹਿਲੇ ਸਹਿਯੋਗੀ ਸਨ। ਠੀਕ ਹੈ, ਸਹਿਯੋਗੀ ਜੱਜ ਸਾਹਿਬ ਦੇ ਸਹਿਯੋਗੀ ਸਨ ਤੇ ਉਹਨਾਂ ਨੇ ਇਸ ਕਮੇਟੀ ਦੇ ਸਾਰੀ ਜਿਹੜੀ ਪੜਤੋਲ ਕੀਤੀ। ਇਸ ਕਮੇਟੀ ਵੱਲੋਂ ਗੁਰਦੁਆਰਾ ਰਾਮਸਰ ਵਿਖੇ ਜਿੱਥੇ ਸਰੂਪਾਂ ਦੀ ਆਫਸੈਟ ਦੇ ਵਿੱਚ ਛਪਾਈ ਹੁੰਦੀ ਹੈ, ਉਹਦੇ ਸੰਬੰਧ ਦੇ ਵਿੱਚ ਸਾਰੇ ਜਿੰਨੇ ਉਸ ਸਮੇਂ ਦੇ ਜਿਹੜੇ ਵਰਕਰ ਸੀ, ਮੁਲਾਜ਼ਮ ਸੀ ਸ਼੍ਰੋਮਣੀ ਕਮੇਟੀ, ਉਹਨਾਂ ਨੂੰ ਪੇਸ਼ ਕੀਤਾ ਗਿਆ, ਉਹਨਾਂ ਦੇ ਬਿਆਨ ਦਰਜ ਕੀਤੇ ਗਏ। ਇਹਦੀ ਬੜੀ ਇਹਨਾਂ ਟੋਟਲ ਕਿੰਨੇ ਸਰੂਪ ਇਕੱਠੇ ਕਰ ਦਿੱਤੇ ਗਏ ਲਾਪਤਾ ਸਰੂਪਾਂ ਤੋਂ? ਮੈਂ ਕੈਲਾਸ਼ ਜੀ ਇਸ ਚੈਨਲ ਤੋਂ ਇੱਕ ਤੁਹਾਨੂੰ ਹੋਰ ਵੱਡੀ ਜਾਣਕਾਰੀ ਦੇਣਾ ਚਾਹੁੰਦਾ ਪਿਆ ਵੀ 267 ਸਰੂਪ ਗਾਇਬ ਹੋਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, 267 ਸਰੂਪਾਂ ਤੋਂ ਵੱਧ ਵੀ ਸਕਦੇ ਨੇ। ਠੀਕ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਇਹ 267 ਸਰੂਪ ਤੇ ਉਹ ਜਿਹੜੇ ਪਹਿਲੀ ਨਜ਼ਰ ਤੇ ਇਹਨਾਂ ਦੇ ਸਾਹਮਣੇ ਆ ਗਏ ਨੇ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ 267 ਸਰੂਪ ਜਿਹੜੇ ਇਹ ਤੋਂ ਵੱਧ ਵੀ ਹੋ ਸਕਦੇ ਨੇ। ਦੇਖੋ ਇਹ ਕਮੇਟੀ ਦੀ ਰਿਪੋਰਟ ਆਉਣ ਦੇ ਵਿੱਚ ਵੀ ਸ਼ਾਇਦ ਇਸ ਤਰ੍ਹਾਂ ਦੀ ਕੋਈ ਐਡ ਔਨ ਗੱਲ ਹੋ ਜਾਏ, ਪਰ ਜੇ ਅਗਰ ਐਡ ਔਨ ਨਹੀਂ ਗੱਲ ਹੁੰਦੀ ਤੇ ਇਹਦੀ ਹੋਰ ਲੱਗਦਾ ਜਾਂਚ ਕਰਵਾ ਕੇ ਇਹਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ। ਸਰੂਪ ਜਿਹੜੇ ਗਾਇਬ ਹੋਏ ਸੀ ਉਹਨਾਂ ਚੋਂ ਕਿੰਨੇ ਹਜੇ ਤੱਕ ਲੱਭੇ? ਸਰੂਪ ਕਿੰਨੇ ਮਿਲੇ? ਨਹੀਂ ਸਰੂਪ ਲੱਭਿਆ ਕੋਈ ਨਹੀਂ। ਇਹ ਜਦੋਂ ਇੱਥੇ ਪੁਰਾਣੇ ਜਿਹੜੇ ਇੱਥੋਂ ਦੇ ਇੰਚਾਰਜ ਸੀਗੇ, ਜਦੋਂ ਉਹ ਛੱਡ ਕੇ ਜਾ ਰਹੇ ਸੀ ਤੇ ਨਵੇਂ ਇੰਚਾਰਜ ਨੂੰ ਇਹ ਮਸਲਾ ਉਦੋਂ ਉੱਠਿਆ ਵੀ ਉਹ ਜਦੋਂ ਇਹ ਨਵੇਂ ਇੰਚਾਰਜ ਇੱਥੇ ਆ ਰਹੇ ਸੀਗੇ, ਇਹ ਇੰਚਾਰਜ ਨੇ ਉਹ ਚਾਰਜ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਤਾਲਮੇਲ ਜੋੜਨਾ ਸ਼ੁਰੂ ਕੀਤਾ। ਵੀ ਉੱਥੋਂ ਪਤਾ ਲੱਗਾ ਵੀ 267 ਸਰੂਪ ਜਿਹੜੇ ਉਹ ਗਾਇਬ ਨੇ ਤੇ ਇਹਦੇ ਵਿੱਚ ਜ਼ਿਕਰਯੋਗ ਹੈ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ FIR ਵੀ ਦਰਜ ਨਹੀਂ ਹੋਈ। ਇਹ ਸਾਰੀ ਕਮੇਟੀ ਜਿਹੜੀ ਇਹਨੂੰ ਪਹਿਲਾਂ ਤੇ ਇਹਨੂੰ ਮੈਨੂੰ ਇਸ ਤਰ੍ਹਾਂ ਲੱਗਾ ਵੀ ਇਹਨੂੰ ਸਾਰੇ ਮਸਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਹੋਇਆ ਕੀ ਵੀ ਇਹਦੇ ਉਲਟ ਜਿਹੜੀਆਂ ਦੂਜੇ ਜਥੇਬੰਦੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਵਿਰੋਧ 'ਚ ਚੱਲਦੀਆਂ ਨੇ ਬਹੁਤ ਸਾਰੀਆਂ, ਇੱਕ ਸਾਬਕਾ ਜਥੇਦਾਰ ਨੇ ਵੀ ਇਹਦਾ ਬੜਾ ਖੰਡਨ ਕੀਤਾ ਇਸ ਗੱਲ ਦਾ, ਬੜਾ ਜ਼ੋਰ ਪਾ ਕੇ ਜਦੋਂ ਦਬਾਅ ਬਣਿਆ SGPC ਤੇ ਜਥੇਦਾਰ ਸਾਹਿਬ ਨੇ ਇਸੇ ਤਰ੍ਹਾਂ ਹੀ ਫਿਰ ਇੱਕ ਕਮੇਟੀ ਗਠਨ ਕਰ ਦਿੱਤੀ ਸੀ
ਉਹ ਕਮੇਟੀ ਗਠਨ ਕਰਨ ਤੋਂ ਬਾਅਦ ਹੁਣ ਜੋ ਮੌਜੂਦਾ ਰਿਜ਼ਲਟ ਕੀ ਹਾਲਾਤ ਹਨ ਇਸ ਵੇਲੇ? ਹੁਣ ਮੌਜੂਦਾ ਉੱਥੇ ਦੀ ਕੀ ਹਾਲਾਤ ਹਨ, ਤੁਸੀਂ ਸਾਂਝਾ ਕਰੀਏ ਸਾਡੇ ਦੇਖੋ ਹਾਲਾਤ ਵੀ ਹਰ ਬੰਦੇ ਦੀ ਇਸ ਟਾਈਮ, ਚਾਹੇ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਚਾਹੇ ਬਾਹਰ ਦੀ ਜਥੇਬੰਦੀਆਂ ਨੇ, ਚਾਹੇ ਦੂਸਰੀ ਓਪੋਜਿਟ ਜਥੇਬੰਦੀਆਂ ਨੇ, ਉਹ ਸਾਰਿਆਂ ਦਾ ਧਿਆਨ ਇਸ ਟਾਈਮ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੱਗਾ ਹੋਇਆ ਹੈ। ਉਹ ਦੇਖਣਾ ਚਾਹੁੰਦੇ ਵੀ ਇਸ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ। ਦੇਖੋ ਜੀ, ਇਹ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਹੈ। ਤੁਹਾਨੂੰ ਮੈਂ ਯਾਦ ਕਰਾ ਦੇਣਾ ਚਾਹੁੰਦਾ ਹੈ ਵੀ ਇੱਕ ਸਰੂਪ ਜਦੋਂ ਬੇਅਦਬੀ ਹੋਈ ਸੀ, ਉਹ ਬਗੜਾੜੀ ਕਾਂਡ ਦੀ ਗੱਲ ਮੈਂ ਕਰ ਰਿਹਾ, ਉੱਥੇ ਇੱਕ ਜੀ। ਬਗੜਾੜੀ ਦਾ ਮੋਰਚਾ ਲੱਗ ਗਿਆ ਸੀਗਾ, ਜੀ ਜੋ ਕਿ ਇੱਕ ਬੜਾ ਵੱਡਾ ਮਸਲਾ ਬਣਿਆ ਸੀਗਾ। ਪਰ ਇੱਥੇ 267 ਸਰੂਪ ਗਾਇਬ ਹੋ ਗਏ ਨੇ। ਮੈਨੂੰ ਵੀ ਲੱਗਦਾ ਹੈ ਵੀ ਇਹ ਇੱਕ ਬੜੀ ਵੱਡੀ ਬੇਅਦਬੀ ਹੈ, ਇਹ ਕੋਈ ਛੋਟੀ ਗੱਲ ਨਹੀਂ ਕੈਲਾਸ਼ ਜੀ, ਇਹ ਬਹੁਤ ਵੱਡੀ ਗੱਲ ਹੈ। 267 ਸਰੂਪ ਗਾਇਬ ਹੋ ਜਾਣਾ। ਤੇ ਇਹਦੇ ਵਿੱਚ ਇੱਕ ਹੋਰ ਗੱਲ ਮੈਂ ਤੁਹਾਨੂੰ ਜੋੜ ਦੇਣਾ ਚਾਹੁੰਦਾ ਵੀ ਜਦੋਂ ਕੁਝ ਦਿਨ ਪਹਿਲਾਂ ਜਥੇਦਾਰ ਸਾਹਿਬ ਵੱਲੋਂ ਇੱਕ ਬਿਆਨ ਦੇ ਦਿੱਤਾ ਗਿਆ, ਉਹ ਬਿਆਨ ਇਸ ਤਰ੍ਹਾਂ ਦਾ ਸੀ ਵੀ ਉਹ ਇੱਕ ਬੜਾ ਭਰਮ ਭਾਣ ਵਾਲਾ ਸੀਗਾ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਜਿਹੜੀ ਇਹ ਕਾਗਜ਼ਾਂ ਦੀ ਗੜਬੜੀ ਲੱਗ ਰਹੀ ਹੈ, ਇਹ ਸਰੂਪ ਗਾਇਬ ਨਹੀਂ ਹੋਏ, ਕਾਗਜ਼ਾਂ ਦੇ ਵਿੱਚ ਕੁਝ ਗਿਣਤੀ ਦੇ ਵਿੱਚ ਹੇਰ-ਫੇਰ ਹੋਇਆ। ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ, ਉਸ ਤੋਂ ਨਾਲ ਹੀ ਉਸੇ ਟਾਈਮ ਹੀ ਅਗਲੇ ਦਿਨ ਦੂਸਰੇ ਜਥੇਬੰਦੀਆਂ ਦੇ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਕੋਈ ਜਥੇਦਾਰ ਸੀ ਤੇ ਕੁਝ ਹੋਰ ਜਿਹੜੇ ਮੁਲਾਜ਼ਮ ਸੀ, ਉਹਨਾਂ ਵੱਲੋਂ ਲਗਾਤਾਰ ਇਹਦੀ ਵਿਰੋਧਤਾ ਕੀਤੀ ਵੀ ਕਿ ਜਥੇਦਾਰ ਸਾਹਿਬ ਨੂੰ ਪਹਿਲਾਂ ਹੀ ਕਿੱਦਾਂ ਪਤਾ ਲੱਗ ਗਿਆ ਵੀ ਇਹ ਕਾਗਜ਼ਾਂ ਦੀ ਹੇਰ-ਫੇਰ ਹੈ ਜਾਂ ਸਰੂਪ ਗਾਇਬ ਹੋਏ ਜਾਂ ਨਹੀਂ ਹੋਏ। ਇਹ ਅੱਜ ਜਾਂਚ ਕਮੇਟੀ ਦੇ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ। ਤੇ ਇਹਦੇ ਵਿੱਚ ਮੈਂ ਹੋਰ ਗੱਲ ਦੱਸ ਦੇਣਾ ਚਾਹੁੰਦਾ ਵੀ ਜਾਂਚ ਕਮੇਟੀ ਦੇ ਵਿੱਚ ਲਗਾਤਾਰ ਸਾਰੇ ਉਹਨਾਂ ਮੁਲਾਜ਼ਮਾਂ ਨੂੰ ਟ੍ਰੇਸ ਆਊਟ ਕੀਤਾ ਗਿਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਥੇ ਜੌਬ ਕੀਤੀ ਜਾਂ ਇੱਥੇ ਉਹਨਾਂ ਨੇ ਆਪਣੀ ਸੇਵਾ ਨਿਭਾਈ। ਸਾਰਿਆਂ ਨੂੰ ਸੱਦ ਕੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ। ਕਲਮਬੰਦ ਕਰਨ ਤੋਂ ਬਾਅਦ ਇਹਦੀ ਅੰਤਰਿਮ ਰਿਪੋਰਟ ਕੱਲ ਜਥੇਦਾਰ ਦੇ ਪੀਏ ਸਾਹਿਬ ਨੂੰ ਸੌਂਪ ਦਿੱਤੀ ਗਈ ਸੀ, ਜਿਹਦੇ ਤੁਰੰਤ ਬਾਅਦ ਅੱਜ ਇੱਕ ਪੰਜੇ ਜਥੇਦਾਰਾਂ ਦੀ ਮੀਟਿੰਗ ਤਤਕਾਲ ਬੁਲਾਈ ਗਈ ਹੈ, ਜਿਹਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਬਾਰੇ ਗੱਲਬਾਤ ਹੋਏਗੀ। ਪਰ ਸਭ ਨਾਲੋਂ ਮਹੱਤਵਪੂਰਨ ਜਿਹੜਾ ਮਸਲਾ ਹੈ ਉਹ ਇਹੋ ਹੀ ਹੈ ਵੀ 267 ਸਰੂਪ ਗਾਇਬ ਹੋਣ ਦਾ ਮਸਲਾ। ਸਾਰਿਆਂ ਦੀ ਨਿਗਾਹ ਸਾਰੇ ਤੁਹਾਡੇ ਹਿਸਾਬ ਨਾਲ ਕੀ ਆਉਣ ਵਾਲੇ ਕੀ ਰਿਜ਼ਲਟ ਸਾਹਮਣੇ ਆ ਸਕਦੇ ਹਨ? ਦੇਖੋ ਜੀ, ਮੈਂ ਤੇ ਇੱਕ ਗੱਲ ਕਹਿਣਾ ਵੀ ਜੋ ਇਹਦੇ ਵਿੱਚ ਕਿਸੇ ਵੱਡੇ ਬੰਦੇ ਦਾ ਮੈਨੂੰ ਨਹੀਂ ਲੱਗਦਾ ਵੀ ਜਿਸ ਤਰ੍ਹਾਂ ਦਾ ਕੋਈ ਰੋਲ ਜਿਹੜਾ ਸਾਹਮਣੇ ਨਜ਼ਰ ਆਏਗਾ। ਇਹਦੇ ਵਿੱਚ ਇੱਕ ਹੋਰ ਗੱਲ ਨਾਲ ਮੈਂ ਜੋੜ ਵੀ ਦੇਣਾ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਾਂ ਗੱਲ ਕਰਦੇ ਆ, ਜਿਹੜੀ ਪੰਥਕ ਜਥੇਬੰਦੀ ਨਾਲ ਜੁੜੀ ਏ, ਕਦੀ ਵੀ ਉਹਦਾ ਕੋਈ ਸਟਰੋਂਗਲੀ ਬਿਆਨ ਇਸ ਮੁੱਦੇ ਤੇ ਨਹੀਂ ਆਇਆ। ਜੀ ਸਰਕਾਰ, ਕਾਂਗਰਸ ਸਰਕਾਰ ਦੇ ਵੀ ਕੁਝ ਮੈਂ ਦੇਖ ਰਿਹਾ ਵੀ ਉਹਨਾਂ ਦਾ ਵੀ ਨਾ ਪੱਖੀ ਜਿਹਾ ਇੱਕ ਵਤੀਰਾ ਰਿਹਾ, ਉਹ ਵੀ ਕਦੀ ਇਸ ਮਸਲੇ ਤੇ ਜਿਹੜੇ ਸਿੱਖ ਰਾਜਨੀਤੀ ਨਾਲ ਜੁੜੇ ਬੰਦੇ ਉਹਨਾਂ ਦਾ ਵੀ ਕਦੀ ਇਸ ਸਭ ਨਾਲ ਗੱਲ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਕਰਨਾ ਚਾਹੁੰਦਾ ਪਹਿਲ ਦੇ ਆਧਾਰ ਤੇ ਵੀ ਉਹਨਾਂ ਦਾ ਰੁਖ ਕਲੀਅਰ ਨਹੀਂ ਹੋ ਪਾਇਆ ਵੀ ਉਹਨਾਂ ਨੇ ਕਦੀ ਸਟਰੋਂਗਲੀ ਇਸ ਮਸਲੇ ਤੇ ਕੁਝ ਕਿਹਾ ਨਹੀਂ। ਪਤਾ ਨਹੀਂ ਕਿਸ ਚੀਜ਼ ਦਾ ਉਹਨਾਂ ਨੂੰ ਡਰ ਸੀ, ਕਿਸ ਚੀਜ਼ ਦਾ ਦਬਾਅ ਸੀ, ਕੀ ਕਾਰਨ ਹੋਏ ਨੇ ਵੀ ਉਹ ਇਸ ਤਰ੍ਹਾਂ ਬੋਲ ਨਹੀਂ ਪਾਏ। ਸ਼ਾਇਦ ਜੇ ਉਹ ਬੋਲਦੇ ਜ਼ਿਆਦਾ ਤੇ ਹੋ ਸਕਦਾ ਵੀ ਉਹਨਾਂ ਦੀ ਕਿਸੇ ਕਾਰਨ ਵਿਰੋਧਤਾ ਦੀ ਗੱਲ ਨਿਕਲਦੀ ਬਾਹਰ। ਚਲੋ ਠੀਕ ਹੈ, ਆਪਾਂ ਫਿਰ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਫਿਰ ਤੁਹਾਡੇ ਨਾਲ ਸੰਪਰਕ ਕਰਦੇ ਹਾਂ। ਤੁਸੀਂ ਮੌਜੂਦਾ ਹਾਲਾਤ ਸਾਨੂੰ ਅਪਡੇਟ ਕਰਦੇ ਰਹੀਏਗਾ। ਧੰਨਵਾਦ ਸੰਦੀਪ ਜੀ। ਸਤਿ ਸ਼੍ਰੀ ਅਕਾਲ ਜੀ। वर्ल्ड फेमस बाबा अजमल खान, हर समस्या का तुरंत समाधान, जैसे नौकरी, कारोबार, वशीकरण, प्रेम विवाह, तलाक, दुश्मन से छुटकारा, घर में बीमारी का रहना, ऐसी ही समस्याओं के समाधान के लिए तुरंत फोन करें। 7 घंटों में 100% लाभ गारंटी कार्ड के साथ। वर्ल्ड फेमस बाबा अजमल खान। मोबाइल नंबर 9878678629।